जब तक करोना काल शुरू होया मल्टीपल प्रॉब्लम्स आ रही ने तो मल्टीपल इंडस्ट्रीज़ नूं मल्टीपल प्रॉब्लम्स आ रही ने टाइम टू टाइम। मॉनसून लेट हो गया तो बिजली की प्रॉब्लम आ गई, खाली कंटेनर ही नहीं मिलते वे, शॉर्टेज आ गई है। असी माल भेज चुके हैं, वो हले लुधियाने ही पिया कस्टम वेयर हाउस, कस्टमर वेट कर रहा है। किराए वध गए ने तो मतलब प्रॉब्लम तो बाद एक तो बाद दूजी आ ही जा रही है। होर भी बड़िया स्कीमां जिन्नियां हो सकदी दे रहे ने, पर जिहड़ी पंजाब दी सरकार है ये तां सुत्ती पई है। पंजाब दे सारे इंडस्ट्री वाले इकट्ठे होके यूपी गए ने या होर स्टेटां 'च भी जा रहे ने। किस ਨੂੰ ਜ਼ਿੰਮੇਵਾਰ ਮੰਨਦੇ ਹੋ ਕਿ ਪਹਿਲਾਂ ਇੰਡਸਟਰੀ 'ਚ ਵਾਕਈ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਸੀ, ਬਿਜਲੀ ਨੂੰ ਲੈ ਕੇ ਇਹ ਦਿੱਕਤਾਂ ਹੁਣੀ ਸ਼ੁਰੂ ਹੋਈਆਂ ਨੇ? ਅਕਾਲੀ ਭਾਜਪਾ ਸਰਕਾਰ 'ਚ ਜੋ ਬਾਦਲ ਸਾਹਿਬ ਨੇ ਦਾਅਵਾ ਕੀਤਾ ਸੀ ਉਹ ਦਾਅਵਾ ਨਹੀਂ ਸੀ, ਉਹ ਸੱਚਾਈ ਸੀ। ਸਾਨੂੰ ਕਦੀ ਬਿਜਲੀ ਦਾ ਕੱਟ ਕੀ ਹੁੰਦਾ ਉਹ ਇੱਕ ਹਿਸਟਰੀ ਬਣ ਚੁੱਕੀ ਸੀ ਉਹਨਾਂ ਦੀ ਸਰਕਾਰ ਦੇ ਵਿੱਚ। ਪਿਛਲੀ ਗਵਰਨਮੈਂਟ 'ਚ ਕੋਈ ਕੱਟ ਨਹੀਂ ਲੱਗਿਆ ਕਦੀ, ਹੁਣ ਸਰਕਾਰ ਆਂਦੇ ਹੀ ਕੱਟ ਲੱਗਣੇ ਸ਼ੁਰੂ ਹੋ ਗਏ। ਇਹਨਾਂ ਨੇ ਰੇਟ ਵੀ ਵਧਾ ਦਿੱਤੇ, 5 ਤੱਕ ਹੀ ਦੇਣੀ ਹੈ, ਉਸ ਤੋਂ ਬਾਅਦ ਵੀ ਬਿਜਲੀ ਹੈ ਨਹੀਂ। ਅਸੀਂ ਕਹਿੰਦੇ ਹੋਰ ਰੁਪਈਆ 2 ਰੁਪਏ ਵਧਾ ਲਓ ਪਰ ਸਾਨੂੰ ਬਿਜਲੀ ਤਾਂ ਦਿਓ, ਸਾਡੀ ਇੰਡਸਟਰੀ ਤਾਂ ਚੱਲੇ, ਸਾਡੀਆਂ ਜੋ ਕਮਿਟਮੈਂਟਾਂ ਨੇ ਕਸਟਮਰਸ ਦੇ ਨਾਲ ਉਹ ਤਾਂ ਪੂਰੀਆਂ ਹੋਣ। ਸਾਨੂੰ ਸ਼ਰਮ ਆਉਂਦੀ ਹੈ ਆਪਣੇ ਕਸਟਮਰ ਨੂੰ, ਉਹ ਜਦੋਂ ਕਹਿੰਦੇ ਨਾ ਮਾਲ ਲੇਟ ਹੋ ਗਿਆ ਇੱਥੇ ਬਿਜਲੀ ਨਹੀਂ ਆ ਰਹੀ, ਸਾਨੂੰ ਸ਼ਰਮ ਆਉਂਦੀ ਹੈ। ਕਹਿੰਦੇ ਆ ਕਿ ਬਿਜਲੀ ਹੈ ਨਹੀਂ, ਕਹਿਣਗੇ ਇੰਨਾ ਬੈਕਵਰਡ ਹੈ ਇੰਡੀਆ ਜਾਂ ਪੰਜਾਬ ਕਿ ਬਿਜਲੀ ਹੈ ਨਹੀਂ। ਖਬਰ ਦਿਨ ਪਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਏਕਤਾ ਸਿੰਘਲਾ ਸਵਾਗਤ ਕਰਦੀ ਹਾਂ। ਅੱਜ ਦੀ ਖਾਸ ਮੁਲਾਕਾਤ 'ਚ ਸਾਡੇ ਨਾਲ ਮੌਜੂਦ ਨੇ ਇੰਡਸਟਰੀਅਲਿਸਟ ਰਕੇਸ਼ ਕਪੂਰ ਜੀ। ਦੱਸਦੇ ਕਿ ਇੰਡਸਟਰੀ ਦੇ ਵਿੱਚ ਵੱਡਾ ਨਾਮ ਹੋਣ ਦੇ ਨਾਲ ਨਾਲ ਇਹ ਪੋਲੀਟੀਕਲੀ ਵੀ ਕਾਫੀ ਜ਼ਿਆਦਾ ਜੁੜੇ ਹੋਏ ਨੇ, ਪੋਲੀਟਿਕਸ ਦੇ ਵਿੱਚ ਨੇ। ਬੀਜੇਪੀ ਇੰਡਸਟਰੀਅਲ ਵਿੰਗ ਦੇ ਪ੍ਰੈਜ਼ੀਡੈਂਟ ਨੇ ਅਤੇ ਨਾਲ ਹੀ ਵਿਸ਼ਾਖਾਪਟਨਮ ਦੇ ਵਿੱਚ IIM ਦੇ ਬੋਰਡ ਮੈਂਬਰ ਵੀ ਨੇ। ਸਰ ਸਵਾਗਤ ਹੈ ਤੁਹਾਡਾ। ਹਾਂਜੀ ਥੈਂਕ ਯੂ ਜੀ। ਸਰ ਅਗਰ ਆਪਾਂ ਇੰਡਸਟਰੀ ਦੀ ਗੱਲ ਕਰੀਏ ਤਾਂ ਪਿਛਲੇ ਕਾਫੀ ਸਮੇਂ ਤੋਂ ਇੰਡਸਟਰੀ ਕਾਫੀ ਲੋਸ ਦੇਖ ਰਹੀ ਹੈ, ਚਾਹੇ ਕਰੋਨਾ ਕਾਲ ਕਰਕੇ ਕਹਿ ਲਈਏ ਜਾਂ ਸਰਕਾਰਾਂ ਦੀ ਨੀਤੀਆਂ ਕਰਕੇ ਕਹਿ ਰਹੀਏ। ਮਤਲਬ ਕੀ ਕਹਿਣਾ ਚਾਹੋਗੇ ਤੁਹਾਡੀ ਇੰਡਸਟਰੀ ਨੂੰ ਕਿੰਨਾ ਕੁ ਜ਼ਿਆਦਾ ਜੋ ਆਪਾਂ ਕਹੀਏ ਦੇਖਣਾ ਪਿਆ ਇਹ ਸਭ ਦੇ ਵਿੱਚ? ਪਿਛਲੇ ਜਦ ਤੱਕ ਕਰੋਨਾ ਕਾਲ ਸ਼ੁਰੂ ਹੋਇਆ ਮਲਟੀਪਲ ਪ੍ਰੋਬਲਮਸ ਆ ਰਹੀਆਂ ਨੇ ਇੱਥੇ, ਜਿੱਦਾਂ ਲੁਧਿਆਣੇ ਟੈਕਸਟਾਈਲ ਇੰਡਸਟਰੀ ਹੈ ਜਾਂ ਇੰਜੀਨੀਅਰਿੰਗ ਸਟੀਲ ਇੰਡਸਟਰੀ ਹੈ। ਇੱਦਾਂ ਹੀ ਸਾਰੇ ਇੰਡੀਆ 'ਚ ਵੱਖ-ਵੱਖ ਥਾਵਾਂ 'ਤੇ ਜਿੱਦਾਂ ਜਲੰਧਰ ਸਪੋਰਟਸ ਇੰਡਸਟਰੀ ਹੈ, ਮਲਟੀਪਲ ਇੰਡਸਟਰੀਜ਼ ਨੇ ਅਤੇ ਮਲਟੀਪਲ ਇੰਡਸਟਰੀਜ਼ ਨੂੰ ਮਲਟੀਪਲ ਪ੍ਰੋਬਲਮਸ ਆ ਰਹੀਆਂ ਨੇ ਟਾਈਮ ਟੂ ਟਾਈਮ। ਪਹਿਲਾਂ ਆ ਕਰੋਨਾ ਕਾਲ ਕਰਕੇ ਫੈਕਟਰੀਆਂ ਬੰਦ ਹੋ ਗਈਆਂ, ਫਿਰ ਜਦੋਂ ਖੁੱਲ੍ਹੀਆਂ ਤਾਂ ਲੇਬਰ ਹੈ ਨਹੀਂ ਸੀ, ਫਿਰ ਜਦੋਂ ਪਹਿਲਾ ਦੌਰ ਖਤਮ ਹੋਇਆ ਫਿਰ ਦੂਜਾ ਸ਼ੁਰੂ ਹੋ ਗਿਆ। ਫਿਰ ਹੁਣ ਪਿਛਲੇ ਹਫ਼ਤੇ 2 ਹਫ਼ਤੇ ਪਹਿਲੇ ਹੀ ਬਰਸਾਤਾਂ, ਜਦੋਂ ਮੌਨਸੂਨ ਲੇਟ ਹੋ ਗਿਆ ਅਤੇ ਬਿਜਲੀ ਦੀ ਪ੍ਰੋਬਲਮ ਆ ਗਈ। ਅਤੇ ਪ੍ਰੋਬਲਮਸ ਇੱਕ ਨਾਲ ਇੱਕ, ਹੁਣ ਇੱਕ ਅਸੀਂ ਜਿੱਦਾਂ ਐਕਸਪੋਰਟ ਕਰਦੇ ਹਾਂ, ਸਾਰੇ ਸਾਡੀ ਐਕਸਪੋਰਟਰ ਕਮਿਊਨਿਟੀ ਦੇ ਵਿੱਚ ਅੱਜ ਕੱਲ੍ਹ ਇੱਕ ਹੋਰ ਨਵੀਂ ਪ੍ਰੋਬਲਮ ਆਈ ਹੈ, ਖਾਲੀ ਕੰਟੇਨਰ ਹੀ ਨਹੀਂ ਮਿਲਦੇ ਵੇ, ਸ਼ਾਰਟੇਜ ਆ ਗਈ ਹੈ। ਅਸੀਂ ਮਾਲ ਭੇਜਦੇ ਹਾਂ ਇੱਥੇ ਕਸਟਮ ਵੇਅਰ ਹਾਊਸ, ਉਹ ਕਸਟਮ ਜੋ ਪੇਪਰ ਫਾਰਮੈਲਿਟੀ ਹੁੰਦੀ ਹੋ ਜਾਂਦਾ, ਉਸ ਤੋਂ ਬਾਅਦ ਖਾਲੀ ਕੰਟੇਨਰ ਨਹੀਂ ਮਿਲਦੇ। ਹੁਣ ਉਹਨਾਂ ਕੋਲ ਵੀ ਜਗ੍ਹਾ ਖਤਮ ਹੋ ਗਈ ਹੈ, ਸਾਡੇ ਕੋਲ ਵੀ ਜਗ੍ਹਾ ਖਤਮ ਹੋ ਗਈ ਹੈ। ਅਸੀਂ ਮਾਲ ਭੇਜ ਚੁੱਕੇ ਹਾਂ, ਉਹ ਹਲੇ ਲੁਧਿਆਣੇ ਹੀ ਪਿਆ ਕਸਟਮ ਵੇਅਰ ਹਾਊਸ, ਕਸਟਮਰ ਵੇਟ ਕਰ ਰਿਹਾ ਹੈ। ਕਿਰਾਏ ਵਧ ਗਏ ਨੇ ਅਤੇ ਮਤਲਬ ਪ੍ਰੋਬਲਮ ਤੋਂ ਬਾਅਦ ਇੱਕ ਤੋਂ ਬਾਅਦ ਦੂਜੀ ਆ ਹੀ ਜਾ ਰਹੀ ਹੈ। ਜੀ ਆਪਾਂ ਕਹਿ ਸਕਦੇ ਕਿ ਇੰਡਸਟਰੀ ਇਸ ਟਾਈਮ ਕਾਫੀ ਜ਼ਿਆਦਾ ਲੋਸ ਸਫਰ ਕਰ ਰਹੀ ਹੈ, ਕਾਫੀ ਜ਼ਿਆਦਾ ਉਸ 'ਤੇ ਲੋਸ ਦੀ ਜੋ ਮਾਰ ਹੈ ਆਪਾਂ ਕਹਿ ਸਕਦੇ ਕਿ ਪੈ ਰਹੀ ਹੈ। ਸਰਕਾਰਾਂ ਕਿਉਂ ਨਹੀਂ ਧਿਆਨ ਦੇ ਰਹੀਆਂ? ਕਿਉਂਕਿ ਅਗਰ ਇੰਡਸਟਰੀ ਚੱਲੂਗੀ ਤਾਂ ਦੇਸ਼ ਤਰੱਕੀ ਕਰੂਗਾ, ਤਾਂ ਦੇਸ਼ ਦੀ ਇਕੋਨਮੀ ਸਟਰੋਂਗ ਹੋਏਗੀ। ਬਟ ਅਗਰ ਇੰਡਸਟਰੀ ਇਸ ਤਰੀਕੇ ਨਾਲ ਪਿੱਛੇ ਰਹਿ ਜਾਏਗੀ, ਨਹੀਂ ਧਿਆਨ ਦਿੱਤਾ ਜਾਏਗਾ, ਤਾਂ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਓਵਰਆਲ ਡਿਵੈਲਪਮੈਂਟ 'ਤੇ ਵੀ ਅਸਰ ਪਏਗਾ? ਬਿਲਕੁਲ ਪਏਗਾ ਜੀ। ਜਿੱਥੋਂ ਤੱਕ ਸਵਾਲ ਹੈ ਸੈਂਟਰਲ ਗੌਰਮੈਂਟ ਦਾ, ਦੇਖੋ ਕੁਛ ਏਰੀਆਜ਼ ਆਫ ਬਿਜ਼ਨਸ ਹੁੰਦੇ ਨੇ ਜਿਹੜੇ ਸੈਂਟਰਲ ਗੌਰਮੈਂਟ ਦੀ ਦਾਇਰੇ 'ਚ ਆਉਂਦੇ ਨੇ, ਕੁਛ ਸਟੇਟ ਗੌਰਮੈਂਟ ਦੇ ਉਹਦੇ 'ਚ ਆਉਂਦੇ ਨੇ। ਹੁਣ ਸੈਂਟਰਲ ਗੌਰਮੈਂਟ ਤਾਂ ਆਪਣੇ ਵੱਲੋਂ ਬੜੀਆਂ ਸਕੀਮਾਂ ਦੇ ਰਹੀ ਹੈ। ਇਹ ਐਕਸਪੋਰਟ ਦੇ ਉੱਪਰ 5% ਇੰਟਰਸਟ ਸਬਸਿਡੀ ਦੇ ਰਹੀ ਹੈ। ਪ੍ਰੋਡਕਸ਼ਨ ਲਿੰਕਡ ਜਿਹੜਾ ਇਨਸੈਂਟਿਵ ਪਲਾਨ ਵੀ ਸ਼ੁਰੂ ਕੀਤਾ ਉਹਨਾਂ ਨੇ ਟੈਕਸਟਾਈਲ ਇੰਡਸਟਰੀ ਵਾਸਤੇ।
ਹੋਰ ਵੀ ਬੜੀਆਂ ਸਕੀਮਾਂ ਜਿੰਨੀਆਂ ਹੋ ਸਕਦੀ ਦੇ ਰਹੇ ਨੇ, ਪਰ ਜਿਹੜੀ ਹੈ ਪੰਜਾਬ ਦੀ ਸਰਕਾਰ ਹੈ ਇਹ ਤਾਂ ਸੁੱਤੀ ਪਈ ਹੈ। ਪਿੱਛੇ ਮੈਂ ਨਿਊਜ਼ਪੇਪਰ 'ਚ ਪੜ੍ਹ ਰਿਹਾ ਸੀ ਕਿ ਪੰਜਾਬ ਦੇ ਸਾਰੇ ਇੰਡਸਟਰੀ ਵਾਲੇ ਇਕੱਠੇ ਹੋ ਕੇ ਯੂਪੀ ਗਏ ਨੇ ਜਾਂ ਹੋਰ ਸਟੇਟਾਂ 'ਚ ਵੀ ਜਾ ਰਹੇ ਨੇ। ਅਸੀਂ ਵੀ ਜੋ ਵੀ ਸਾਡੀ ਆਰਗੇਨਾਈਜੇਸ਼ਨਸ ਦੇ ਨਾਲ ਅਸੀਂ ਜੁੜੇ ਹੋਏ ਹਾਂ, ਹਰ ਪਾਸੇ ਇਹੀ ਅੱਜ ਕੱਲ੍ਹ ਮੁੱਦਾ ਚੱਲਿਆ ਕਿ ਅਸੀਂ ਕਿਸੇ ਨੇਬਰਿੰਗ ਸਟੇਟ ਦੇ ਵਿੱਚ ਜਾਈਏ। ਆ ਜਿਹੜੀਆਂ ਮੁਸ਼ਕਿਲਾਂ ਆ ਰਹੀਆਂ, ਭਾਵੇਂ ਉਹ ਬਿਜਲੀ ਦੀ ਹੈ ਜਾਂ ਕੋਈ ਹੋਰ ਪ੍ਰੋਬਲਮਸ ਹੈਗੀਆਂ ਜਿਹਦੇ 'ਤੇ ਸਰਕਾਰ ਧਿਆਨ ਨਹੀਂ ਦੇ ਰਹੀ, ਉਹ ਪ੍ਰੋਬਲਮਸ ਨਾ ਆਉਣ ਅਤੇ ਸਾਡੀ ਇੰਡਸਟਰੀ ਸਮੂਥਲੀ ਚੱਲੇ। ਸਰ, ਇੱਕ ਇੰਡਸਟਰੀ ਲਈ ਸਭ ਤੋਂ ਜ਼ਿਆਦਾ ਅਗਰ ਜ਼ਰੂਰੀ ਕੋਈ ਚੀਜ਼ ਹੈ ਤਾਂ ਉਹ ਬਿਜਲੀ ਹੈ। ਇਸ ਤੋਂ ਪਹਿਲਾਂ ਅਕਾਲੀ ਬੀਜੇਪੀ ਦੀ ਸਰਕਾਰ ਸੀ ਤੇ ਉਸ ਟਾਈਮ ਸੁਖਬੀਰ ਸਿੰਘ ਬਾਦਲ ਵੱਲੋਂ ਦਾਅਵਾ ਕੀਤਾ ਗਿਆ, ਉਹ ਅੱਜ ਵੀ ਇਹੀ ਦਾਅਵਾ ਕਰਦੇ ਨੇ ਕਿ ਅਸੀਂ ਬਿਜਲੀ ਸਰਪਲਸ 'ਚ ਦੇ ਕੇ ਗਏ ਸੀਗੇ। ਬਟ ਹੁਣ ਹਾਲ ਇਹ ਹੋ ਚੁੱਕਿਆ ਕਿ ਪੰਜਾਬ ਤੋਂ ਬਿਜਲੀ ਦੀ ਪੂਰਤੀ ਨਹੀਂ ਹੋ ਰਹੀ। ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਕਿ ਪਹਿਲਾਂ ਇੰਡਸਟਰੀ 'ਚ ਵਾਕਈ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਸੀ ਬਿਜਲੀ ਨੂੰ ਲੈ ਕੇ, ਇਹ ਦਿੱਕਤਾਂ ਹੁਣੀ ਸ਼ੁਰੂ ਹੋਈਆਂ ਨੇ? ਅਕਾਲੀ ਭਾਜਪਾ ਸਰਕਾਰ 'ਚ ਜੋ ਬਾਦਲ ਸਾਹਿਬ ਨੇ ਦਾਅਵਾ ਕੀਤਾ ਸੀ, ਉਹ ਦਾਅਵਾ ਨਹੀਂ ਸੀ, ਉਹ ਸੱਚਾਈ ਸੀ। ਸਾਨੂੰ ਕਦੀ ਬਿਜਲੀ ਦਾ ਕੱਟ ਕੀ ਹੁੰਦਾ ਉਹ ਇੱਕ ਹਿਸਟਰੀ ਬਣ ਚੁੱਕੀ ਸੀ ਉਹਨਾਂ ਦੀ ਸਰਕਾਰ ਦੇ ਵਿੱਚ। ਹੁਣ ਜਦ ਦੀ ਆ ਗਵਰਨਮੈਂਟ ਆਈ ਹੈ, ਇਹ ਤੁਸੀਂ ਦੇਖਿਆ ਹੋਣਾ ਘਰਾਂ 'ਚ ਵੀ, ਚਲੋ ਫੈਕਟਰੀਆਂ ਦੇ ਤਾਂ ਚਲੋ ਹੋ ਗਈ, ਤੁਸੀਂ ਘਰਾਂ 'ਚ ਵੀ ਆਪਾਂ ਰਹਿੰਦੇ ਹਾਂ ਜਾਂ ਆਪਾਂ ਦੁਕਾਨਾਂ 'ਚ ਜਾਂ ਆਫਿਸ 'ਚ ਜਾਂਦੇ ਹਾਂ, ਪਿਛਲੀ ਗਵਰਨਮੈਂਟ 'ਚ ਕੋਈ ਕੱਟ ਨਹੀਂ ਲੱਗਿਆ ਕਦੀ। ਹੁਣ ਸਰਕਾਰ ਆਉਂਦੇ ਹੀ ਕੱਟ ਲੱਗਣੇ ਸ਼ੁਰੂ ਹੋ ਗਏ। ਸਰਕਾਰ ਕਹਿੰਦੀ ਸੀ ਅਸੀਂ 5 ਰੁਪਏ ਯੂਨਿਟ ਬਿਜਲੀ ਦੇਵਾਂਗੇ, ਇਹਨਾਂ ਨੇ ਰੇਟ ਵੀ ਵਧਾ ਦਿੱਤੇ, 5 ਤੱਕ ਹੀ ਦੇਣੀ ਹੈ। ਉਸ ਤੋਂ ਬਾਅਦ ਵੀ ਬਿਜਲੀ ਹੈ ਨਹੀਂ। ਅਸੀਂ ਕਹਿੰਦੇ ਹੋਰ ਰੁਪਈਆ 2 ਰੁਪਏ ਵਧਾ ਲਓ, ਪਰ ਸਾਨੂੰ ਬਿਜਲੀ ਤਾਂ ਦਿਓ, ਸਾਡੀ ਇੰਡਸਟਰੀ ਤਾਂ ਚੱਲੇ, ਸਾਡੀਆਂ ਜੋ ਕਮਿਟਮੈਂਟਾਂ ਨੇ ਕਸਟਮਰਸ ਦੇ ਨਾਲ ਉਹ ਤਾਂ ਪੂਰੀਆਂ ਹੋਣ। ਹੁਣ ਜਦੋਂ ਸਾਨੂੰ ਸ਼ਰਮ ਆਉਂਦੀ ਹੈ ਆਪਣੇ ਕਸਟਮਰ ਨੂੰ, ਉਹ ਜਦੋਂ ਕਹਿੰਦੇ ਨਾ ਮਾਲ ਲੇਟ ਹੋ ਗਿਆ, ਇੱਥੇ ਬਿਜਲੀ ਨਹੀਂ ਆ ਰਹੀ, ਸਾਨੂੰ ਸ਼ਰਮ ਆਉਂਦੀ ਹੈ। ਕਹਿੰਦੇ ਆ ਕਿ ਬਿਜਲੀ ਹੈ ਨਹੀਂ, ਜੇ ਅਸੀਂ ਇਹ ਕਹਿ ਦਾਂਗੇ ਤਾਂ ਉਹਨਾਂ ਦਾ ਫੇਥ ਹੀ ਲੂਜ਼ ਹੋ ਜਾਏਗਾ, ਉਹ ਤਾਂ ਅੱਗੋਂ ਆਰਡਰ ਨਹੀਂ ਦੇਣਗੇ। ਅਸੀਂ ਤਾਂ ਕੋਈ ਹੋਰ ਟਾਲ ਮਟੋਲ ਕਰਦੇ ਹਾਂ, ਇਹ ਨਹੀਂ ਕਹਿ ਸਕਦੇ ਕਿ ਬਿਜਲੀ ਹੈ ਨਹੀਂ। ਜਦੋਂ ਇਹ ਸੁਣ ਲੈਣਗੇ ਉਹ ਕਹਿਣਗੇ ਇੰਨਾ ਬੈਕਵਰਡ ਹੈ ਇੰਡੀਆ ਜਾਂ ਪੰਜਾਬ ਕਿ ਬਿਜਲੀ ਹੈ ਨਹੀਂ। ਸਰ, ਜਿਵੇਂ ਕਿ ਸਾਨੂੰ ਪਤਾ ਹੈ ਕਿ ਤੁਹਾਡੀ ਇੰਡਸਟਰੀ ਜ਼ਿਆਦਾਤਰ ਫੋਰਨ ਟ੍ਰੇਡ ਕਰਦੀ ਹੈ, ਐਕਸਪੋਰਟ ਦਾ ਤੁਹਾਡਾ ਬਿਜ਼ਨਸ ਹੈ। ਮਤਲਬ ਦੇਖਿਆ ਜਾਵੇ ਤਾਂ ਜੋ ਮੋਦੀ ਸਰਕਾਰ ਦਾ ਇੱਕੋ ਹੀ ਲਕਸ਼ ਸੀ ਮੇਕ ਇਨ ਇੰਡੀਆ, ਤੇ ਅਗਰ ਹੁਣ ਉਹ ਮੇਕ ਇਨ ਇੰਡੀਆ ਪੋਸੀਬਲ ਹੋ ਰਿਹਾ ਹੈ ਤੁਹਾਡੇ ਵਰਗੇ ਇੰਡਸਟਰੀਲਿਸਟ ਦੀ ਵਜ੍ਹਾ ਨਾਲ, ਬਦੌਲਤ ਨਾਲ, ਤਾਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਉਹਨਾਂ ਨੂੰ ਪਿੱਛੇ ਤੱਕ ਰਹੀ ਹੈ ਕਿਉਂਕਿ ਸੋਰਸਿਸ ਨਹੀਂ ਪ੍ਰੋਵਾਈਡ ਕਰ ਪਾ ਰਹੀ। ਬਿਲਕੁਲ ਜੀ, ਈਜ਼ ਆਫ ਡੂਇੰਗ ਬਿਜ਼ਨਸ ਜਦੋਂ ਮੋਦੀ ਸਰਕਾਰ ਆਈ ਸੀ ਤੇ 150 ਤੋਂ ਉੱਪਰ ਰੈਂਕਿੰਗ ਸੀ 190 ਕੰਟਰੀਆਂ 'ਚ। ਹੁਣ ਉਹ 60 ਦੀ ਲਾਈਨ 'ਚ ਆ ਗਈ ਹੈ, 62 ਜਾਂ 65 ਉਹਦੇ 'ਚ ਆ ਗਈ। ਉਹ ਵੀ ਹਾਲੇ 2020 ਦੀ ਰਿਪੋਰਟ ਦੇ ਹਿਸਾਬ ਨਾਲ, ਹਾਲੇ ਹੋਰ ਜਦੋਂ ਨਵੀਂ ਰਿਪੋਰਟ ਆਏਗੀ ਆ ਹੋਰ ਥੱਲੇ ਆ ਜਾਏਗੀ ਰੈਂਕਿੰਗ। ਮੋਦੀ ਸਰਕਾਰ ਤਾਂ ਬੜੇ ਐਫਰਟ ਕਰ ਰਹੀ ਹੈ, ਪਰ ਨਾਲ ਦੀ ਨਾਲ ਜੋ ਜ਼ਿੰਮੇਵਾਰੀਆਂ ਸਟੇਟ ਗਵਰਨਮੈਂਟ ਦੇ ਨੇ ਉਹ ਵੀ ਨਿਭਾਉਣੀਆਂ ਚਾਹੀਦੀਆਂ ਨੇ, ਜਿਹੜੀਆਂ ਪੰਜਾਬ 'ਚ ਬਿਲਕੁਲ ਨਹੀਂ ਨਿਭ ਰਹੀਆਂ। ਸਰ, ਤੁਸੀਂ ਮੋਦੀ ਸਾਹਿਬ ਦੀ ਗੱਲ ਕੀਤੀ, ਪ੍ਰਾਈਮ ਮਿਨਿਸਟਰ ਨੇ ਆਪਣੇ, ਬਟ ਕਿਤੇ ਨਾ ਕਿਤੇ ਆਪਣੇ ਜੇ ਪੈਟਰੋਲ ਤੇ ਡੀਜ਼ਲ ਦੀ ਗੱਲ ਕਰੀਏ ਤਾਂ ਉਹਨਾਂ ਦੇ ਜੋ ਪ੍ਰਾਈਸ ਹੈ ਉਹ ਕਾਫੀ ਜ਼ਿਆਦਾ ਇਨਕਰੀਜ਼ ਹੋ ਗਏ ਨੇ, ਕਿਉਂਕਿ ਟਰਾਂਸਪੋਰਟੇਸ਼ਨ ਦੇ ਵਿੱਚ ਇੱਕ ਬਹੁਤ ਅਹਿਮ ਰੋਲ ਪਲੇ ਕਰਦੀ ਹੈ ਕੋਈ ਵੀ ਇੰਡਸਟਰੀ। ਟਰਾਂਸਪੋਰਟੇਸ਼ਨ ਇੱਕ ਬਹੁਤ ਵੱਡਾ ਅਹਿਮ ਰੋਲ ਪਲੇ ਕਰਦਾ ਹੈ। ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਪੈਟਰੋਲ ਡੀਜ਼ਲ ਦੇ ਪ੍ਰਾਈਸਿਸ ਇਨਕਰੀਜ਼ ਹੋਣ ਨਾਲ, ਟਰਾਂਸਪੋਰਟੇਸ਼ਨ ਕੋਸਟ ਵਧਣ ਨਾਲ ਇੰਡਸਟਰੀ ਨੂੰ ਕਿਤੇ ਨਾ ਕਿਤੇ ਘਾਟਾ ਦੇਖਣਾ ਪਏਗਾ, ਘਾਟਾ ਫੇਸ ਕਰਨਾ ਪਏਗਾ? ਇਹ 'ਚ ਕੋਈ ਸ਼ੱਕ ਨਹੀਂ, ਪ੍ਰੋਬਲਮ ਆ ਰਹੀ ਹੈ ਜਿਹੜੀ ਤੁਸੀਂ ਕਹਿ, ਪੈਟਰੋਲ ਡੀਜ਼ਲ ਦੇ ਰੇਟ ਵਧਣ ਨਾਲ ਟਰਾਂਸਪੋਰਟੇਸ਼ਨ ਦੇ ਰੇਟ ਵਧ ਰਹੇ ਨੇ। ਪਰ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ, ਪਿਛਲੇ 1.5-2 ਸਾਲ ਤੋਂ ਇੱਕ ਤੋਂ ਬਾਅਦ ਦੂਜੀ ਪ੍ਰੋਬਲਮ, ਖਾਸ ਕਰਕੇ ਕਰੋਨਾ ਦੀ ਪ੍ਰੋਬਲਮ ਜਾਂ ਲੋਕਡਾਊਨ ਦੀ ਪ੍ਰੋਬਲਮ। ਉਸ ਤੋਂ ਬਾਅਦ ਦੇਖੋ 80 ਕਰੋੜ ਸਾਡੇ ਨਾਗਰਿਕਾਂ ਨੂੰ ਪਿਛਲੇ ਸਾਲ ਵੀ ਰਾਸ਼ਨ ਦਿੱਤਾ ਮੋਦੀ ਸਰਕਾਰ ਨੇ, ਇਸ ਸਾਲ ਫਿਰ ਦਿੱਤਾ। 80 ਕਰੋੜ ਬੰਦਿਆਂ ਨੂੰ ਇੰਜੈਕਸ਼ਨ ਫ੍ਰੀ ਲਾ ਰਹੀ ਗਵਰਨਮੈਂਟ। ਹੁਣ ਆ ਜਿਹੜਾ ਬਜਟ ਹੈ ਅਸੀਂ ਘਰ ਦਾ ਵੀ ਚਲਾਉਂਦੇ ਹਾਂ ਜਾਂ ਫੈਕਟਰੀ ਦਾ ਵੀ ਚਲਾਉਂਦੇ ਹਾਂ, ਤਾਂ ਕਿਤੋਂ ਨਾ ਕਿਤੋਂ ਚਲਾਉਣਾ ਹੀ ਹੈ। ਅਤੇ ਇਸ ਕਰਕੇ ਜੇ ਥੋੜ੍ਹੀ ਦੇਰ ਰੇਟ ਵੱਧ ਗਏ ਨੇ ਪੈਟਰੋਲ ਡੀਜ਼ਲ ਦੇ, ਪਰ ਉਹਦੇ ਨਾਲ ਅਸੀਂ ਕਰੋਨਾ ਕਾਲ ਦੇ ਵਿੱਚ ਜੋ ਪ੍ਰੋਬਲਮਸ ਨੇ ਉਹ ਪੈਸੇ ਨੂੰ ਉਧਰ ਯੂਜ਼ ਕਰਕੇ ਅਸੀਂ ਇੱਕ ਸਾਡੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਉਹਨਾਂ ਦੀ ਇੱਕ ਸਹਿਯੋਗ ਦੇ ਰਹੇ ਹਾਂ, ਉਹਨਾਂ ਦੀ ਸਹਾਇਤਾ ਕਰ ਰਹੇ ਹਾਂ, ਉਹਨਾਂ ਦਾ ਕੌਨਫੀਡੈਂਸ ਵਧਾ ਰਹੇ ਹਾਂ, ਅਤੇ ਇਹ 'ਚ ਮੈਂ ਨਹੀਂ ਸਮਝਦਾ ਕੋਈ ਮਾੜੀ ਗੱਲ ਹੈ। ਸਰ, ਅਸੀਂ ਤੁਹਾਡੀ ਥੋੜ੍ਹੇ ਟਾਈਮ ਪਹਿਲਾਂ ਇੰਡਸਟਰੀ ਵਿਜ਼ਿਟ ਕੀਤੀ, ਤੁਸੀਂ ਸਾਡੇ ਨਾਲ ਗਏ, ਉੱਥੇ ਇੱਕ ਬਹੁਤ ਵਧੀਆ ਚੀਜ਼ ਦੇਖਣ ਨੂੰ ਮਿਲੀ। ਹਰ ਇੱਕ ਪ੍ਰੋਡਕਟ 'ਤੇ ਲਿਖਿਆ ਹੋਇਆ ਸੀ ਮੇਕ ਇਨ ਇੰਡੀਆ, ਜਦਕਿ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਇੰਡਸਟਰੀਜ਼ ਐਸੀ ਨੇ ਜੋ ਪ੍ਰੋਡਕਟ ਇੰਡੀਆ ਦੇ ਵਿੱਚ ਬਣਾਉਣਗੀਆਂ ਬਟ ਮੇਡ ਇਨ ਚਾਈਨਾ, ਮੇਡ ਇਨ ਅਦਰ ਕੰਟਰੀਜ਼ ਦੇ ਟੈਗ ਲਗਾ ਦੇਣਗੀਆਂ। ਕੀ ਕਹਿਣਾ ਚਾਹੋਗੇ ਐਸੀ ਕੰਪਨੀਜ਼ ਨੂੰ ਜਾਂ ਐਸੀ ਇੰਡਸਟਰੀਜ਼ ਨੂੰ ਕਿ ਇਸ ਤਰ੍ਹਾਂ ਕਿਉਂ ਹੁੰਦੇ ਕਿ ਮੇਡ ਇਨ ਇੰਡੀਆ ਲਿਖ ਕੇ ਇੰਡੀਆ ਦੇ ਵਿੱਚ ਚੀਜ਼ ਬਣੀ ਹੈ ਤਾਂ ਤੁਸੀਂ ਮੇਡ ਇਨ ਇੰਡੀਆ ਕਿਉਂ ਨਹੀਂ ਲਿਖਦੇ?
ਦੇਖੋ ਤੁਸੀਂ ਦੇਖਿਆ ਹਰ ਪਾਰਟ ਦੇ ਉੱਪਰ, ਹਰ ਪ੍ਰੋਡਕਟ ਦੇ ਉੱਪਰ ਮੇਡ ਇਨ ਇੰਡੀਆ ਲਿਖਿਆ ਹੈ। ਮੈਂ 25 ਸਾਲ ਤੋਂ ਇੰਡਸਟਰੀ ਚਲਾ ਰਿਹਾ, ਮੈਂ 25 ਸਾਲ ਤੋਂ ਐਕਸਪੋਰਟ ਕਰ ਰਿਹਾ, ਮੈਂ 25 ਸਾਲ ਤੋਂ ਮੇਡ ਇਨ ਇੰਡੀਆ ਲਿਖ ਕੇ ਐਕਸਪੋਰਟ ਕਰ ਰਿਹਾ। ਜੇ ਅਸੀਂ ਇੰਡੀਆ 'ਚ ਐਸਾ ਮਾਲ ਬਣਾ ਦਿੰਦੇ ਆ ਜਿਹੜਾ ਯੂਰਪੀਅਨ ਕੰਟਰੀਜ਼ ਜਾਂ ਅਮਰੀਕਨ ਕੰਟਰੀਜ਼ ਦੇ ਵਿੱਚ ਐਕਸੈਪਟ ਹੈ, ਤੇ ਅਸੀਂ ਕਿਉਂ ਨਾ ਲਿਖੀਏ ਮੇਡ ਇਨ ਇੰਡੀਆ। ਜੇ ਅਸੀਂ ਮੇਡ ਇਨ ਇੰਡੀਆ ਲਿਖਾਂਗੇ ਤੇ ਉਹਨਾਂ ਲੋਕਾਂ ਨੂੰ, ਉਹਨਾਂ ਕੰਟਰੀਜ਼ ਨੂੰ ਵੀ ਪਤਾ ਲੱਗੇਗਾ ਕਿ ਆਹ ਮਾਲ ਇੰਡੀਆ 'ਚ ਵੀ ਬਣ ਰਿਹਾ ਹੈ। ਉਹ ਹੋਰ ਪ੍ਰੋਡਕਟ ਸਾਨੂੰ ਭੇਜਣਗੇ, ਸਾਡੇ ਸਾਥੀ ਇੰਡਸਟਰੀਲਿਸਟ ਨੂੰ ਭੇਜਣਗੇ। ਪਰ ਜੇ ਅਸੀਂ ਇਹ ਨਹੀਂ ਲਿਖਦੇ ਤੇ ਉਹਨਾਂ ਦੀ ਇਮੇਜ ਇਹੀ ਹੋਏਗੀ ਕਿ ਚਾਈਨਾ ਤਾਈਵਾਨੀ ਹੈ। ਜਿੱਦਾਂ ਮੋਦੀ ਜੀ ਕਹਿੰਦੇ ਨੇ ਬਈ ਤੁਸੀਂ ਲੋਕਲ ਬਣਾਓ ਤੇ ਉਹਨੂੰ ਵੋਕਲ ਕਰੋ, ਉਹਨੂੰ ਦੱਸੋ ਕਿ ਅਸੀਂ ਬਣਾ ਰਹੇ ਹਾਂ। ਐਸੇ ਇੱਕ ਸੋਚ ਦੇ ਉੱਪਰ ਮੈਂ 25 ਸਾਲ ਤੋਂ ਸਾਡੀ ਫੈਕਟਰੀ 'ਚ ਜਿਹੜਾ ਮਾਲ ਬਣਦਾ ਮੇਡ ਇਨ ਇੰਡੀਆ ਲਿਖ ਕੇ ਜਾਂਦਾ ਤਾਂ ਕਿ ਉਹ ਲੋਕਲ ਬਣੇ ਤੇ ਵੋਕਲ ਹੋਵੇ। ਸਰ ਤੁਹਾਡੀ ਫੈਕਟਰੀ 'ਚ ਇੱਕ ਹੋਰ ਅੱਛੀ ਗੱਲ ਦੇਖਣ ਨੂੰ ਮਿਲੇ ਕਿ ਉਰੇ ਵਿਮਨ EMPLOYEES ਵੀ ਨੇ, ਅਗਰ ਮੇਲ EMPLOYEES ਨੇ ਤਾਂ ਵਿਮਨ EMPLOYEES ਵੀ ਨੇ, ਔਰ ਚਾਈਲਡ ਲੇਬਰ ਬਿਲਕੁਲ ਵੀ ਨਹੀਂ ਹੈ। ਬਿਕੋਜ਼ ਬਹੁਤ ਸਾਰੀ ਇੰਡਸਟਰੀਜ਼ ਹੁੰਦੀਆਂ ਨੇ ਜਿੱਥੇ ਸਿਰਫ ਮੇਲ EMPLOYEES ਹੁੰਦੇ ਨੇ ਔਰ ਚਾਈਲਡ ਲੇਬਰ ਵੀ ਹੁੰਦੀ ਹੈ, ਬਟ ਉਰੇ ਵਿਮਨ EMPLOYE ਵੀ ਹੈ ਔਰ ਚਾਈਲਡ ਲੇਬਰ ਬਿਲਕੁਲ ਵੀ ਨਹੀਂ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? ਇਹ ਸਾਡਾ ਇੱਕ ਫਰਜ਼ ਬਣਦਾ ਹੈ, ਇਹ ਸਾਡਾ ਇੱਕ ਧਰਮ ਬਣਦਾ ਹੈ ਕਿ ਚਾਈਲਡ ਲੇਬਰ ਨੂੰ ਅਸੀਂ ਬੜਾਵਾ ਨਾ ਦਈਏ, ਉਹਨੂੰ ਤਾਂ ਇੱਕ ਬੱਚਾ ਵੀ ਕੋਈ ਕੰਮ ਵਿੱਚ ਨਾ ਲਿਆਈਏ, ਕਿਉਂਕਿ ਜਦੋਂ ਬੱਚਾ ਛੋਟਾ ਹੁੰਦਾ ਉਹਦੀ ਉਮਰ ਕੰਮ ਕਰਨ ਦੀ ਨਹੀਂ ਹੁੰਦੀ, ਉਹਦੀ ਪੜ੍ਹਨ ਲਿਖਣ ਦੀ ਹੁੰਦੀ ਹੈ। ਵੂਮਨ ਐਮਪਾਵਰਮੈਂਟ, ਨਾਰੀ ਸ਼ਕਤੀ ਬੜੀ ਵੱਡੀ ਸ਼ਕਤੀ ਹੈ। ਹੁਣ ਤੁਸੀਂ ਸਿਲਵਰ ਮੈਡਲ ਵੀ ਜਿੱਤਿਆ ਦੇਖਿਆ, ਉਹ ਸਾਡੀ ਫੀਮੇਲ ਵੂਮਨ ਨਹੀਂ ਲੈ ਕੇ ਆਂਦਾ ਹੈ। ਮੈਂ ਟੀਵੀ 'ਚ ਦੇਖ ਰਿਹਾ ਸੀ, ਪਿਛਲੇ 3 ਮੈਡਲ ਤਿੰਨੋਂ ਹੀ ਵੂਮਨਸ ਦੀ ਲੈ ਕੇ ਆਈਆਂ ਨੇ। ਤੇ ਸਾਨੂੰ ਤਾਂ ਨਾਰੀ ਸ਼ਕਤੀ ਨੂੰ ਉਜਾਗਰ ਕਰਨਾ ਚਾਹੀਦਾ ਹੈ। ਭਾਵੇਂ ਉਹ ਮੇਲ ਨੇ ਜਾਂ ਫੀਮੇਲ ਨੇ, ਇੱਕ ਬਰਾਬਰ ਨੇ। ਉਹਨਾਂ ਨੂੰ ਮੈਂ ਤਾਂ ਕਹਿੰਦਾ ਵੀ ਉਹਨਾਂ ਨੂੰ ਜਿਹੜੀ ਫੀਮੇਲ ਲੇਬਰ ਹੈ ਉਹ ਥੋੜੀ ਨਹੀਂ ਹੋਣੀ ਚਾਹੀਦੀ, ਉਹ ਬਰਾਬਰ ਹੋਣੀ ਚਾਹੀਦੀ ਹੈ। ਸ਼ੁਕਰੀਆ ਸਰ ਤੁਹਾਡਾ ਬਹੁਤ ਬਹੁਤ। ਹਾਂਜੀ, ਥੈਂਕ ਯੂ ਜੀ। ਇਹ ਕੀਤੀ ਅਸੀਂ ਰਾਕੇਸ਼ ਕਪੂਰ ਜੀ ਨਾਲ ਇੰਡਸਟਰੀ ਤੇ ਖਾਸ ਗੱਲਬਾਤ, ਜਿਨ੍ਹਾਂ ਨੇ ਕਾਫੀ ਕੁਝ ਦੱਸਿਆ ਕਿ ਕਿਸ ਤਰੀਕੇ ਨਾਲ ਜੋ ਇੰਡਸਟਰੀ ਹੈ ਪਿਛਲੇ ਕਾਫੀ ਸਮੇਂ ਤੋਂ ਪ੍ਰੋਬਲਮਸ ਫੇਸ ਕਰ ਰਹੀ ਹੈ। ਗਵਰਨਮੈਂਟ ਕੀ ਐਫਰਟਸ ਦੇ ਰਹੀ ਹੈ, ਕਿਸ ਤਰੀਕੇ ਨਾਲ ਜੋ ਗਵਰਨਮੈਂਟ ਹੈ, ਸੈਂਟਰਲ ਗਵਰਨਮੈਂਟ ਹੈ, ਇੰਡਸਟਰੀ ਨੂੰ ਸਪੋਰਟ ਕਰ ਰਹੀ ਹੈ, ਜਾਂ ਇਹਨਾਂ ਦਾ ਕਹਿਣਾ ਹੈ ਕਿ ਜੋ ਸਟੇਟ ਗਵਰਨਮੈਂਟ ਹੈ ਉਹਨਾਂ ਵੱਲੋਂ ਕਾਫੀ ਘੱਟ ਸਪੋਰਟ ਇੰਡਸਟਰੀ ਨੂੰ ਮਿਲ ਰਿਹਾ ਹੈ। ਅਤੇ ਇਹਨਾਂ ਨੇ ਵਿਮਨ ਇੰਪਾਵਰਮੈਂਟ ਦੀ ਗੱਲ ਕੀਤੀ ਕਿਉਂਕਿ ਇਹਨਾਂ ਦੀ ਇੰਡਸਟਰੀ 'ਚ ਫੀਮੇਲ EMPLOYEES ਵੀ ਕਾਫੀ ਜ਼ਿਆਦਾ ਮਾਤਰਾ 'ਚ ਨੇ। ਇਸੇ ਦੇ ਨਾਲ ਕੈਮਰਾਮੈਨ ਬੌਬੀ ਦੇ ਨਾਲ ਮੈਂ ਏਕਤਾ ਸਿੰਗਲਾ, ਤੁਸੀਂ ਦੇਖਦੇ ਰਹੋ ਖਬਰ ਦਿਨ ਪਰ। ਧੰਨਵਾਦ।